ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨਾਂ ਨੇ ਮੁੜ ਕੇਂਦਰ ਦੇ ਪਾਲੇ ਵਿੱਚ ਸੁੱਟੀ ਗੇਂਦ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਸੰਘਰਸ਼ ਜਿਹੜਾ ਉਹ ਨਿੱਤ ਭਖਦਾ ਜਾ ਰਿਹਾ ਤੇ ਇਸ ਸੰਬੰਧੀ ਕੇਂਦਰ ਨੇ ਕਿਸਾਨ ਜਥੇਬੰਦੀਆਂ ਨਾਲ 6 ਦੌਰ ਦੀ ਮੀਟਿੰਗ ਜਿਹੜੀ ਹੈ ਕੀਤੀ ਹੈ, ਜੋ ਕਿ ਬੇਸਿੱਟਾ ਰਹੀ ਹੈ ਤੇ ਆਖਰ ਕੇਂਦਰ ਨੇ ਕਿਸਾਨਾਂ ਨੂੰ ਇੱਕ ਚਿੱਠੀ ਲਿਖ ਕੇ ਜਿਹੜਾ ਇਹ ਕਹਿ ਦਿੱਤਾ ਸੀ ਵੀ ਕੇਂਦਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਤੇ ਕਿਸਾਨ ਇਸ ਲਈ ਜਿਹੜਾ ਹੈਗਾ ਸਮਾਂ ਦੇਣ। ਪਰ ਹੁਣ ਜਿਹੜਾ ਹੈ ਕਿਸਾਨ ਜਥੇਬੰਦੀਆਂ ਨੇ 29 ਦਸੰਬਰ ਨੂੰ ਸਮਾਂ ਦਿੰਦਿਆਂ ਮੀਟਿੰਗ ਦੀ ਪੇਸ਼ਕਸ਼ ਕੀਤੀ ਹੈ ਤੇ ਜਿਹੜੀ ਗੇਂਦ ਹੈਗੀ ਮੁੜ ਕੇਂਦਰ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਇਸ ਮੀਟਿੰਗ ਦੀ ਕੀ ਸੰਭਾਵਨਾ ਨੇ ਜਾਂ ਕੀ ਕੇਂਦਰ ਆ ਕੇ ਗੱਲਬਾਤ ਕਰੇਗਾ ਕਿਸਾਨ ਜਥੇਬੰਦੀਆਂ ਨਾਲ? ਬਿਲਕੁਲ, ਪਹਿਲਾਂ ਕੇਂਦਰ ਸਰਕਾਰ ਨੇ ਅਸਲ 'ਚ ਇਹੀ ਕਿਹਾ ਕਿ ਪੁਰਾਣੀਆਂ ਮੀਟਿੰਗਾਂ ਕੀ ਹੋਈਆਂ ਨੇ, ਕਿਹੜੇ ਮੁੱਦੇ ਤੇ। ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਸੀ ਕਿ ਨਵੀਂ ਪ੍ਰਪੋਜ਼ਲ ਦੇ ਨਾਲ ਕੇਂਦਰ ਸਰਕਾਰ ਨੂੰ ਆਉਣਾ ਚਾਹੀਦਾ ਔਰ ਉਦੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਗੱਲਬਾਤ ਕਰਨਗੀਆਂ। ਕਿਸਾਨ ਜਥੇਬੰਦੀਆਂ ਨੇ ਤਾਂ ਕਦੇ ਨਹੀਂ ਕਿਹਾ ਕਿ ਅਸੀਂ ਗੱਲ ਕਰਨ ਲਈ ਤਿਆਰ ਨਹੀਂ ਹਾਂ, ਪਰ ਇਹਦੇ 'ਚ ਹੁਣ ਵੀ ਅਜੇ ਕੁਝ ਚੀਜ਼ਾਂ ਹੈਗੀਆਂ ਨੇ। ਹੁਣ ਇਹ ਕੇਂਦਰ ਸਰਕਾਰ ਨੇ ਦੇਖਣਾ ਕੌਣ ਗੱਲ ਕਰੇਗਾ, ਕਦੋਂ ਕਰੇਗਾ, ਕਿਵੇਂ ਕਰੇਗਾ। ਗੱਲ ਕਰਨ ਦਾ ਮਤਲਬ ਇਹ ਹੈ ਕਿ ਕੀ ਉਹੀ ਖੇਤੀ ਮੰਤਰੀ ਜਾਂ ਜਿਹੜੇ ਖੁਰਾਕ ਜਾਂ ਰੇਲਵੇ ਮੰਤਰੀ ਨੇ ਉਹੀ ਕਰਨਗੇ ਜਾਂ ਕੁਝ ਉਦੋਂ ਉੱਪਰ ਵੀ ਕੋਈ ਗੱਲਬਾਤ ਹੋਏਗੀ। ਜਿਵੇਂ ਇੱਕ ਸਮੇਂ ਥੋੜ੍ਹਾ ਬਹੁਤ ਇੱਕ ਦਿਨ ਅਮਿਤ ਸ਼ਾਹ ਨੇ ਬੁਲਾਇਆ ਸੀ, ਕਿਹਾ ਜਾ ਰਿਹਾ ਸੀ ਵੀ ਸ਼ਾਇਦ ਗੱਲ ਹੁਣ ਅੱਗੇ ਨੂੰ ਵੱਧ ਰਹੀ ਹੈ। ਔਰ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਜਿਹੜੇ ਰੋਜ਼ ਬੋਲ ਰਹੇ ਨੇ ਇਸ ਗੱਲ ਦੇ ਉੱਤੇ, ਕਿਸਾਨੀ ਦੇ ਮੁੱਦੇ ਦੇ ਉੱਤੇ, ਕੀ ਪ੍ਰਧਾਨ ਮੰਤਰੀ ਕੋਲ ਵੇਲ ਨਹੀਂ ਹੈ ਕਿ ਕਿਸਾਨ ਆਗੂਆਂ ਨਾਲ ਇੱਕ ਵਾਰ ਬੈਠ ਕੇ ਚਰਚਾ ਜਾਂ ਉਸ ਰੂਪ ਦੇ ਵਿੱਚ ਕੀਤੀ ਜਾਏ? ਔਰ ਜੇ ਪ੍ਰਧਾਨ ਮੰਤਰੀ ਨੂੰ ਇਹ ਲੱਗਦਾ ਕਿ ਉਹਨਾਂ ਨੂੰ ਸਭ ਕੁਝ ਪਤਾ ਹੈ ਜਾਂ ਉਹ ਜ਼ਿਆਦਾ ਗੱਲ ਕਰ ਸਕਦੇ ਨੇ, ਤਾਂ ਉਹ ਕਿਉਂ ਨਹੀਂ ਕਿਸਾਨਾਂ ਨਾਲ ਆਰਗੂਮੈਂਟ ਕਰ ਲੈਂਦੇ? ਇਹਦੇ 'ਚ ਦਿੱਕਤ ਕੀ ਹੈ, ਹਿਚਕ ਕੀ ਹੈ, ਅਜੇ ਤੱਕ ਪ੍ਰਧਾਨ ਮੰਤਰੀ ਨੇ ਨਹੀਂ ਦੱਸਿਆ। ਔਰ ਇਹਦੇ ਪਿੱਛੋਂ ਫਿਰ ਇਹੀ ਸਮਝਿਆ ਜਾਏਗਾ ਕਿ ਦੂਜੀ ਵਾਰ ਪ੍ਰਧਾਨ ਮੰਤਰੀ ਨੇ ਲਗਾਤਾਰ ਉਹਨਾਂ ਨੇ ਆਪਣੇ ਆਪ ਨੂੰ ਪਬਲਿਕ ਦੇ ਸਾਹਮਣੇ ਦਲੀਲਬਾਜ਼ੀ ਦੇ ਵਿੱਚ ਵੀ ਔਰ ਆਪਣੇ ਆਪ ਨੂੰ ਜਿਵੇਂ ਜਮਹੂਰੀ ਤਰੀਕੇ ਦੇ ਲਈ ਜਵਾਬਦੇਹ ਹੋਣ ਦੇ ਰੂਪ ਦੇ ਵਿੱਚ ਵੀ ਤੇ ਟਰਾਂਸਪੇਰੈਂਟ ਹੁੰਦਾ, ਪਾਰਦਰਸ਼ਤਾ ਹੁੰਦੀ ਹੈ, ਉਹਦੇ ਰੂਪ 'ਚ ਪੇਸ਼ ਨਹੀਂ ਕੀਤਾ। ਸ਼ਾਇਦ ਇਹੀ ਵਜ੍ਹਾ ਹੈ ਕਿ ਇੰਨੇ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਨੇ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ, ਇੰਨੇ ਲੰਮੇ ਸਮੇਂ ਤੋਂ ਆਪਣੀ ਹੀ ਮਨ ਕੀ ਬਾਤ ਕਹਿੰਦੇ ਨੇ, ਲੋਕਾਂ ਦੀ ਗੱਲ ਨਾਲ ਇੰਟਰੈਕਟ ਨਹੀਂ ਕਦੇ ਕੀਤਾ ਉਸ ਰੂਪ ਦੇ ਵਿੱਚ। ਮਤਲਬ ਵਨ ਵੇ ਟ੍ਰੈਫਿਕ ਹੈ ਉਹਨਾਂ ਦਾ। ਸ਼ਾਇਦ ਇਹੀ ਥਿਊਰੀ ਬਣ ਗਈ ਹੈ ਕਿ ਜੋ ਮੈਂ ਕਹਿਣਾ ਬਸ ਉਹੀ ਚੱਲਦੀ ਰਹੇ, ਮੂਹਰੋਂ ਜੋ ਕੋਈ ਕਹਿਣਾ ਚਾਹੁੰਦਾ ਕੋਈ ਗੱਲ ਉਹਦੇ ਨਾਲ ਗੱਲ ਨਾ ਹੋਵੇ। ਆ ਜਿਹੜੀਆਂ ਥੋੜ੍ਹੀਆਂ ਬਹੁਤ ਮਨ ਕੀ ਬਾਤ ਜਾਂ ਕਹੇ ਜਿਹੇ ਪ੍ਰੋਗਰਾਮਾਂ ਦੇ ਵਿੱਚ ਦੋ ਚਾਰ ਮਤਲਬ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਕਿ ਕਿਸੇ ਦਾ ਸਵਾਲ ਹੈ, ਕਿਸੇ ਦਾ ਹੋਰ ਹੈ, ਉਹ ਤਾਂ ਪਲੰਟਡ ਸਵਾਲ ਉਹੀ ਲਏ ਜਾਂਦੇ ਨੇ, ਮਤਲਬ ਉਹਨਾਂ ਦੇ ਨਹੀਂ, ਦੂਜੇ ਨਹੀਂ ਲਏ ਜਾਂਦੇ। ਔਰ ਇਸੇ ਕਰਕੇ ਇਹ ਹੈ ਕਿ ਇਹ ਗੱਲ ਜਿਹੜੀ ਹੁਣ ਹੋਣੀ ਹੈ, ਔਰ ਅਜੇ ਤੱਕ ਤਾਂ ਕੇਂਦਰ ਸਰਕਾਰ ਨੇ ਕਿਹਾ ਨਹੀਂ ਕਿ ਗੱਲ ਅਸੀਂ ਕਰਾਂਗੇ, ਕਦੋਂ ਕਰਾਂਗੇ, ਕਿੱਥੇ ਕਰਾਂਗੇ। ਕਿਸਾਨ ਜਥੇਬੰਦੀਆਂ ਨੇ ਇੰਨਾ ਹੀ ਕਿਹਾ ਕਿ ਅਸੀਂ ਤਿਆਰ ਹਾਂ ਇੰਨੇ ਤਰੀਕ ਨੂੰ। ਆਹ ਮੁੱਦੇ ਨੇ, ਮੁੱਦਿਆਂ 'ਚ ਸਭ ਤੋਂ ਨੰਬਰ ਟੌਪ ਦਾ ਮੁੱਦਾ ਕੀ ਹੈ? ਨੰਬਰ ਟੌਪ ਦਾ ਮੁੱਦਾ ਇਹੀ ਹੈ ਕਿ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੇ ਲਈ ਕਿਹੜੀ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਹੈ, ਇਹਦੇ ਤੇ ਗੱਲ ਹੋ ਜੇ, ਜਿਹੜੀ ਵੀ ਚੀਜ਼ ਉਸ ਰੂਪ ਦੇ ਵਿੱਚ ਹੁੰਦੀ ਹੈ। ਬਾਕੀ ਦੂਜੀਆਂ ਗੱਲਾਂ MSP ਨੂੰ ਲੀਗਲ ਕਾਨੂੰਨੀ ਜਮ੍ਹਾਂ ਪਹਿਨਾਉਣ ਦੇ ਲਈ ਕੀ ਕੀਤਾ ਜਾਣਾ ਚਾਹੀਦਾ, ਬਾਕੀ ਦੇ ਹੋਰ ਕਾਨੂੰਨਾਂ ਦੇ ਬਾਰੇ 'ਚ। ਹੁਣ ਉੱਧਰੋਂ ਸ਼ੁਰੂ ਕਰਕੇ ਉਹ ਗੱਲ ਮੰਨਦੇ ਨੇ, ਨਹੀਂ ਮੰਨਦੇ। ਜੇ ਉਹ ਇਹ ਗੱਲ ਨਹੀਂ ਮੰਨਦੇ ਤਾਂ ਫਿਰ ਇਹ ਕੀ ਤੁਕ ਹੈ ਕਿ ਉਹ ਕਿਸਾਨਾਂ ਨੂੰ ਕਹਿਣ ਕਿ ਤੁਸੀਂ ਗੱਲਬਾਤ ਲਈ ਪਹਿਲ ਕਰੋ। ਜੇ ਗੱਲਬਾਤ ਦੀ ਪਹਿਲ ਕਰ ਹੀ ਦਿੱਤੀ ਗਈ ਹੈ, ਜਿਸ ਵੀ ਰੂਪ ਦੇ ਵਿੱਚ ਕਰ ਦਿੱਤੀ ਗਈ ਹੈ, ਤਾਂ ਕੇਂਦਰ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਤੇ ਉਸੇ ਤਰਤੀਬ 'ਚ ਕਰਨੀ ਚਾਹੀਦੀ ਹੈ। ਫਿਰ ਜਦੋਂ ਉਹ ਮੁੱਦਾ ਰੱਖਦੇ ਸੀ ਤਾਂ ਉਹਨਾਂ ਦੀ ਤਰਤੀਬ ਸੀ, ਜਦੋਂ ਹੁਣ ਕਿਸਾਨਾਂ ਨੇ ਮੁੱਦਾ ਰੱਖਿਆ ਤਾਂ ਕਿਸਾਨਾਂ ਦੀ ਤਰਤੀਬ ਦੇ ਵਿੱਚ ਹੀ ਉਹ ਗੱਲ ਹੋਣੀ ਚਾਹੀਦੀ ਹੈ ਔਰ ਕੀਤੀ ਜਾਣੀ ਚਾਹੀਦੀ ਹੈ। ਜੇ ਇਹਦੇ ਤੋਂ ਸਰਕਾਰ ਪਿੱਛੇ ਹਟਦੀ ਹੈ ਤਾਂ ਫਿਰ ਇਹ ਹੋਰ ਵੀ ਮਤਲਬ ਐਕਸਪੋਜ਼ ਹੋਏਗੀ। ਉਹਨੂੰ ਇਹ ਲੱਗੇਗਾ ਲੋਕਾਂ ਨੂੰ ਵੀ ਇਹਦਾ ਮਤਲਬ ਸਰਕਾਰ ਗੱਲ ਕਰਨਾ ਨਹੀਂ ਚਾਹੁੰਦੀ ਠੀਕ ਤਰੀਕੇ ਦੇ ਨਾਲ। ਮੈਨੂੰ ਤਾਂ ਸਗੋਂ ਇਹ ਵੀ ਲੱਗਦਾ ਸੀ, ਅਸੀਂ ਪਹਿਲਾਂ ਵੀ ਗੱਲ ਕੀਤੀ, ਕਿ ਕਿਸਾਨਾਂ ਨੂੰ ਟਾਈਮ, ਜਗ੍ਹਾ ਤੇ ਤਾਰੀਖ ਸਭ ਕੁਝ ਆਪ ਤੈਅ ਕਰਕੇ ਭੇਜ ਦੇਣਾ ਚਾਹੀਦਾ ਸੀ। ਤੇ ਜੇ ਉਹ ਆਪ ਤੈਅ ਕਰਕੇ ਭੇਜਦੇ ਕਿ ਇੱਥੇ ਆ ਜਾਓ, ਤਾਂ ਉਹਨਾਂ ਵੀ ਨਾ ਸਪੇਸ ਬਚਦੀ ਕਿ ਕੀ ਕਰਨਾ ਕੀ ਨਹੀਂ ਕਰਨਾ। ਔਰ ਜੇ ਉਹ ਗੱਲ ਉਸ ਰੂਪ ਦੇ ਵਿੱਚ ਕਰਦੇ ਨੇ ਔਰ ਹੁੰਦੀ ਹੈ ਤਾਂ ਇੱਕ ਹਿਸਟੋਰੀਕਲ ਗੱਲ ਵੀ ਬਣਦੀ ਤੇ ਇਸ ਲੈਵਲ ਤੇ ਸ਼ਾਇਦ ਅੱਗੇ ਹਜੇ ਕਈ ਪ੍ਰਕਾਰ ਦੀ ਗੱਲਬਾਤ ਚੱਲੇਗੀ, ਕਿਸ ਟਾਈਪ ਦੀ ਹੋਣੀ ਹੈ। ਕਿਉਂਕਿ ਨਾਲ ਦੀ ਨਾਲ ਇਹ ਗੱਲਬਾਤ ਦੀ ਪੇਸ਼ਕਸ਼ ਵੀ ਹੈ, ਨਾਲ ਦੀ ਨਾਲ ਸਰਕਾਰ ਆਪਣੇ ਹੱਥਕੰਡੇ ਵੀ ਵਰਤ ਰਹੀ ਹੈ ਔਰ ਕਿਸਾਨੀ ਸੰਘਰਸ਼ ਦੇ ਰੂਪ ਦੇ ਵਿੱਚ ਵੀ ਮਜ਼ਬੂਤੀ ਵੀ ਆ ਰਹੀ ਹੈ। ਇਹ 'ਚ ਦੋ ਗੱਲਾਂ ਆਪਣੇ ਆਪ, ਜਿਹੜੇ ਕਿੰਨੀਆਂ ਹੀ ਲਗਭਗ ਸੈਂਕੜੇ ਦੀ ਗਿਣਤੀ 'ਚ ਟਰਾਲੀਆਂ ਹੋਰ ਉੱਥੇ ਪਹੁੰਚ ਗਈਆਂ ਨੇ
ਤੇ ਸਿੰਘੂ ਬਾਰਡਰ ਸਾਈਡ ਵੀ ਪਹੁੰਚ ਗਈਆਂ ਨੇ ਤੇ ਇੱਧਰ ਟਿਕਰੀ ਬਾਰਡਰ ਤੇ ਵੀ ਪਹੁੰਚ ਗਈਆਂ ਨੇ, ਔਰ ਇੱਧਰ ਗਾਜ਼ੀਆਬਾਦ ਸਾਈਡ ਦਾ ਉਹ ਵੀ ਸੜਕ ਰੁਕ ਗਈ ਹੈ। ਉੱਤਰਾਖੰਡ ਤੋਂ ਇੱਧਰ ਕਿੰਨੇ ਬੰਦੇ ਆ ਗਏ ਨੇ ਜਿਹੜੇ ਨਾਕਾ ਤੋੜ ਕੇ, ਜਿਹੜੇ ਮਹਾਰਾਸ਼ਟਰ ਤੋਂ ਚੱਲਿਆ ਹੋਇਆ ਸੀ ਪਹਿਲਾ ਜੱਥਾ ਉਹ ਵੀ ਆ ਗਿਆ ਉਸ ਪਾਸੇ ਟਿਕਰੀ ਬਾਰਡਰ ਵਾਲੇ ਪਾਸੇ। ਕਿਹਾ ਜਾ ਰਿਹਾ ਕਿ ਰਾਜਸਥਾਨ ਤੋਂ ਵੀ ਹੋਰ ਲੋਕ ਚੱਲੇ ਹੋਏ ਨੇ ਜਿਹੜੇ ਉੱਥੇ ਆ ਰਹੇ ਨੇ, ਮਤਲਬ ਉਹਦਾ ਦਾਇਰਾ ਵੀ ਉਸ ਰੂਪ ਦੇ ਵਿੱਚ ਵੱਧ ਰਿਹਾ ਜੀ। ਹਮੀਰ ਸਿੰਘ ਜੀ, ਇਹ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੂੰ ਜਿਹੜਾ ਦਿੱਲੀ ਬਾਰਡਰ ਤੇ ਬੈਠੇ ਨੂੰ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ। ਇਸ ਤੋਂ ਪਹਿਲਾਂ ਲਗਭਗ 2 ਮਹੀਨੇ ਜਿਹੜੇ ਹੈਗੇ ਆ ਕਿਸਾਨਾਂ ਨੇ ਪੰਜਾਬ ਹਰਿਆਣਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ, ਰੋਸ ਮੁਜ਼ਾਹਰੇ ਕੀਤੇ, ਕੇਂਦਰ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕੇਂਦਰ ਨੇ ਕਿਸਾਨਾਂ ਦੀ ਗੱਲ ਵੱਲ ਕੋਈ ਜਿਹੜਾ ਹੈਗਾ ਧਿਆਨ ਨਹੀਂ ਦਿੱਤਾ। ਇਸ 3 ਮਹੀਨੇ ਦੇ ਲੰਬੇ ਸੰਘਰਸ਼ ਦੌਰਾਨ ਲਗਭਗ 4 ਦਰਜਨ ਦੇ ਕਰੀਬ ਜਿਹੜੇ ਕਿਸਾਨਾਂ ਦੀ ਮੌਤ ਹੋ ਗਈ ਹੈ, ਪਰ ਕੇਂਦਰ ਨੇ ਉਹਨਾਂ ਕਿਸੇ ਵੀ ਇੱਕ ਵੀ ਕਿਸਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕੀਤਾ। ਇਸ ਕੇਂਦਰ ਦੇ ਵਤੀਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਐਸੇ ਸੰਘਰਸ਼ ਦੌਰਾਨ 50 ਤੋਂ ਵੱਧ ਬੰਦੇ ਮਤਲਬ ਉਹਨਾਂ ਦੀ ਸ਼ਹੀਦੀ ਹੋ ਗਈ ਹੈ, ਔਰ ਦੁੱਖ ਦਾ ਪ੍ਰਗਟਾਵਾ ਤਾਂ ਹੈ ਹੀ ਨਹੀਂ। ਮਤਲਬ ਸਾਡੇ ਕੇਂਦਰ ਜਾਂ ਇਹ ਸੰਵੇਦਨਸ਼ੀਲਤਾ ਹੈ ਨਹੀਂ ਕਿਸਾਨਾਂ ਬਾਰੇ। ਤਾਂ ਵੈਸੇ 3.5 ਲੱਖ ਫਾਰਮਰ ਮਰੇ ਹੈ, ਸੁਈਸਾਈਡ ਕਰ ਚੁੱਕੇ ਆ ਪਿਛਲੇ ਸਾਲਾਂ ਦੇ ਵਿੱਚ। ਵੱਖ-ਵੱਖ ਸਰਕਾਰਾਂ ਉਹਨੂੰ ਮੰਨਣ ਤੋਂ ਹੀ ਆਨਾਕਾਨੀ ਕਰਦੀਆਂ ਰਹੀਆਂ ਨੇ, ਸਗੋਂ ਹੁਣ ਕੇਂਦਰ ਸਰਕਾਰ ਨੇ ਇਹ ਕਰਤਾ ਸੀ ਕਿ ਉਹ ਡਾਟਾ ਇਕੱਠਾ ਕਰਨਾ ਬੰਦ ਕਰ ਦਿਓ। ਇਹਦਾ ਮਤਲਬ ਤੁਸੀਂ ਹੋਰ ਤਰੀਆਂ ਦੀਆਂ ਗੱਲਾਂ ਕਰ ਰਹੇ ਹੋ, ਉਸ ਮੁੱਦੇ ਨੂੰ ਐਡਰੈਸ ਕਰਨਾ, ਉਸ ਮੁੱਦੇ ਬਾਰੇ ਸੋਚਣਾ ਜਾਂ ਉਹਦੇ ਤੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੋ। ਇਹ ਸੂਬੇ ਦੀਆਂ ਸਰਕਾਰਾਂ ਵੀ ਐਂ ਕਰਦੀਆਂ ਰਹੀਆਂ ਨੇ ਤੇ ਉੱਥੋਂ ਦੀਆਂ ਸਰਕਾਰਾਂ ਵੀ। ਇੱਥੇ ਤਾਂ ਜੇ 47 ਦੇ ਵਿੱਚ ਜਿਹੜੇ ਨਿਰਦੋਸ਼ ਲੋਕ ਮਾਰੇ ਗਏ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, 10 ਲੱਖ ਮਰੇ, 40 ਲੱਖ ਜ਼ਖਮੀ ਹੋਏ ਤੇ 2.5 ਕਰੋੜ ਨੂੰ ਇੱਧਰ ਉੱਧਰ ਆਉਣਾ ਪਿਆ, ਉਹ ਨਿਰਦੋਸ਼ਾਂ ਦੇ ਲਈ ਕੋਈ ਮਤਾ ਨਹੀਂ ਪਿਆ ਪਾਰਲੀਮੈਂਟਾਂ 'ਚ, ਨਾ ਪਾਕਿਸਤਾਨ ਦੀ 'ਚ ਨਾ ਇੱਥੇ। ਸਾਡਾ ਤਾਂ ਰਿਵਾਜ ਹੀ ਮੇਰੇ ਖਿਆਲ ਹੈ ਸਿਆਸਤਦਾਨ ਦਾ ਕਿਸ ਲੈਵਲ ਤੇ ਚਲਾ ਗਿਆ। ਹਾਂ, ਕੋਈ ਪਾਰਲੀਮੈਂਟ ਹੁੰਦੀ ਹੈ ਜਾਂ ਅਸੈਂਬਲੀ ਹੁੰਦੀ ਹੈ, ਕੋਈ ਵਿੱਚ ਰੱਖਦੇ ਗੱਲ ਇਦੋਂ ਬਾਅਦ ਕਿਆ ਪਾਓ ਤੇ ਮਜਬੂਰ ਹੋ ਜਾਣ ਇਸ ਗੱਲ ਦੇ ਕਰਕੇ ਕਿ ਜਿਹੜਾ ਭਾਵਨਾਵਾਂ ਦਾ ਸਵਾਲ ਹੈ ਤਾਂ ਅਲੱਗ ਗੱਲ ਹੈ, ਪਰ ਆਪਣੀ ਪਹਿਲ ਕਦਮੀ ਤੇ ਕੋਈ ਗੱਲ ਨਹੀਂ। ਇਹਦੀ ਤਾਂ ਜ਼ਿੰਮੇਵਾਰੀ ਲੈਣ ਲਈ ਵੀ ਕੋਈ ਤਿਆਰ ਨਹੀਂ ਹੈ। ਇੰਨੀ ਠੰਡ 'ਚ ਬੰਦੇ ਮਰ ਰਹੇ ਨੇ। ਠੰਡ ਇਹ ਜਿਹੜੀ ਪੋਹ ਦਾ ਮਹੀਨਾ ਹੈ, ਦਸੰਬਰ ਦਾ ਮਹੀਨਾ ਹੈ, ਔਰ ਇਸ ਠੰਡ ਦੇ ਵਿੱਚ ਜਿੰਨੇ ਬੰਦੇ ਮਰਦੇ ਨੇ ਉਹਦੇ ਲਈ ਮਜਬੂਰ ਕਿਹਨੇ ਕੀਤਾ ਉੱਥੇ ਰਹਿਣ ਦੇ ਲਈ? ਉਹ ਮਜਬੂਰ ਸਰਕਾਰ ਦੇ ਫੈਸਲੇ ਨੇ ਕੀਤਾ ਜੀ। ਔਰ ਇੰਨਾ ਲੰਮਾ ਸਮਾਂ, ਪਰ ਇਹਦਾ ਉਲਟਾ ਅਸਰ ਹੋ ਰਿਹਾ। ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ ਸਰਕਾਰ ਨੇ ਸੋਚ ਲਿਆ ਕਿ ਇਸ ਅੰਦੋਲਨ ਨੂੰ ਥਕਾ ਦਿੱਤਾ ਜਾਏ, ਮੈਨੂੰ ਲੱਗਦਾ ਕਿ ਸਰਕਾਰ ਗਲਤ ਪੜਤ ਪੜ ਰਹੀ ਹੈ। ਜਿਵੇਂ ਪਹਿਲਾਂ ਗਲਤ ਪੜਤ ਪੜ ਗਈ ਨਾ ਕਿ ਜੀ ਕਰੋਨਾ 'ਚ ਇਹਨੂੰ ਕਰ ਦਿੰਦੇ ਆ, ਕਿਸੇ ਨੇ ਗੱਲ ਨਹੀਂ ਕਰਨੀ, ਸ਼ਾਇਦ ਐਂ ਦਬ ਜੂਗਾ ਜਿਵੇਂ ਬਾਕੀ ਦੀਆਂ ਚੀਜ਼ਾਂ ਦਬ ਗਈਆਂ। ਜੇ ਉਹ ਇੱਕ ਗਲਤ ਕਦਮ ਜਿਹੜਾ ਉਹਦਾ ਖਮਿਆਜਾ ਸਾਰੇ ਕਿਤੇ ਦੇਖਣਾ ਪੈ ਰਿਹਾ ਹੈ। ਔਰ ਦੂਜੇ ਪਾਸੇ ਹੁਣ ਵੀ ਉਹ ਰੀਡਿੰਗ ਗਲਤ ਕਰ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ। ਥੱਕਣ ਥਕਾਉਣ ਦਾ ਮਾਮਲਾ ਨਹੀਂ ਹੈ। ਜੇ ਥੱਕਣ ਥਕਾਉਣ ਦਾ ਮਾਮਲਾ ਹੋਵੇ, ਹੁਣ ਤਾਂ ਸਾਰੇ ਤਿਥ ਤਿਉਹਾਰ ਸਭ ਕੁਝ ਹੀ ਉੱਥੇ ਮਨਾਇਆ ਜਾਣਾ ਸ਼ੁਰੂ ਹੋ ਗਿਆ। ਇਦੋਂ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਗਿਆ, ਉੱਥੇ ਬੜੇ ਵੱਡੇ ਪੱਧਰ ਤੇ ਮਨਾਇਆ ਗਿਆ। ਹੁਣ ਕੱਲ੍ਹ ਨੂੰ 28 ਤਰੀਕ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਆ 5 ਜਗ੍ਹਾ ਤੇ ਉਸੇ ਦਿੱਲੀ ਦੇ ਵਿੱਚ ਉਸੇ ਤਰੀਕੇ ਨਾਲ ਮਨਾਈ ਜਾਣੀ ਹੈ। ਸ਼ਹਾਦਤ ਦਾ ਸਮਾਂ ਇਹ, ਕਿਉਂਕਿ ਸ਼ਹਾਦਤ ਦਾ ਮਹੀਨਾ ਹੈ। ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਦੀ ਸ਼ਹਾਦਤ ਤੇ ਗੁਰੂ ਗੋਬਿੰਦ ਸਿੰਘ ਵੱਲੋਂ ਜਿਹੜਾ ਆਨੰਦਪੁਰ ਛੱਡ ਕੇ ਫਿਰ ਅੱਗੇ ਤੱਕ ਜਾਣ ਦਾ ਜਿਹੜਾ ਸਵਾਲ ਹੈ, ਔਰ ਉਹ ਸਗੋਂ ਦ੍ਰਿੜਤਾ ਬਖਸ਼ਦਾ ਹੈ। ਔਰ ਇਹ ਵੀ ਸੱਦਾ ਦਿੱਤਾ ਸਗੋਂ ਕਿਸਾਨਾਂ ਨੇ ਤਾਂ ਕਿ ਨਵਾਂ ਸਾਲ ਵੀ ਇੱਥੇ ਮਨਾਉਣ ਪੰਜਾਬ ਲੋਕ ਜਿਹੜੇ ਦੇਸ਼ ਦੇ ਆ ਕੇ। ਜਦੋਂ ਤੁਸੀਂ ਉਹਨੂੰ ਇੱਕ ਤੀਰਥ ਸਥਾਨ 'ਚ ਤਾਂ ਪਹਿਲਾਂ ਬਦਲਤਾ ਸੀ ਤੇ ਨਾਲ ਨਾਲ ਉਹਦੇ ਤੇ ਹੋਰ ਇੰਟਰਟੇਨਮੈਂਟ ਦੇ ਬਾਕੀ ਚੀਜ਼ਾਂ ਨੂੰ ਵੀ ਉਹਦੇ ਨਾਲ ਹੀ ਜੋੜਤਾ। ਇੱਕ ਜ਼ਿੰਦਗੀ ਨਾਲ ਜੁੜਿਆ ਕੰਮ ਹੈ ਹੁਣ ਇਹ ਸੰਘਰਸ਼ ਕੇਵਲ ਮਨ ਨਾਲ, ਇੱਕ ਗੱਲ ਨਾਲ ਜੁੜਿਆ ਨਹੀਂ ਹੈ, ਇਹ ਹੁਣ ਜੀਵਨ ਦਾ ਹਿੱਸਾ ਬਣ ਗਿਆ। ਜਦੋਂ ਕੋਈ ਵੀ ਚੀਜ਼ ਜੀਵਨ ਜਾਤ ਦਾ ਹਿੱਸਾ ਬਣ ਜੇ ਕਿਸੇ ਸਮੂਹ ਦੀ, ਵੱਡੇ ਸਮੂਹ ਦੀ, ਤਾਂ ਉਹਦੇ ਲਈ ਥਕਾਵਟ ਜਾਂ ਅਕੇਮਾ ਜਾਂ ਬਾਕੀ ਚੀਜ਼ਾਂ ਨਹੀਂ ਹੁੰਦੀਆਂ। ਤੇ ਇਸ ਗੱਲ ਨੂੰ ਸਮਝਣਾ ਚਾਹੀਦਾ ਕੇਂਦਰ ਦੀ ਸਰਕਾਰ ਨੂੰ। ਜਿੰਨੇ ਪੱਧਰ ਤੇ ਸਮਝ ਲਏਗੀ ਓਨਾ ਹੀ ਚੰਗੀ ਗੱਲ ਹੈ। ਜਿੰਨੀ ਦੇਰੀ ਹੋਏਗੀ ਓਨੀ ਦੇਰੀ ਦੇ ਨਾਲ, ਜਿਵੇਂ ਪੰਜਾਬੀ 'ਚ ਇੱਕ ਮੁਹਾਵਰਾ ਹੈ ਥੋੜ੍ਹਾ ਜਿਹਾ ਸਖਤ, ਮਤਲਬ ਉਸ ਲੈਵਲ ਦਾ, ਉਹ ਕਹਿੰਦੇ ਨੇ ਵੀ ਜੁੱਤੀਆਂ ਵੀ ਖਾਣੀਆਂ ਪੈਂਦੀਆਂ ਨੇ, ਗੰਢੇ ਵੀ ਖਾਣੇ ਪੈਂਦੇ ਨੇ, ਤੇ ਸਾਰੀਆਂ ਚੀਜ਼ਾਂ ਫਿਰ ਗੱਲ ਮੰਨਣੀ ਵੀ ਪੈਂਦੀ ਹੈ। ਉਸ ਪਾਸੇ ਵੱਲ ਨਹੀਂ ਚੱਲਣਾ ਚਾਹੀਦਾ। ਜਿਹੜੇ ਜੋੜ ਤੋੜ ਨੇ ਜਿਹੜੇ ਹੁਣ ਤੱਕ ਤੁਸੀਂ ਕੀਤੇ, ਚਾਲਬਾਜ਼ੀਆਂ ਕੀਤੀਆਂ ਖਾਲਿਸਤਾਨੀ ਕਹਿਣ ਦੀ, ਮਾਓਵਾਦੀਆਂ ਦੇ ਕਹਿਣ ਦੀ, ਚੀਨ ਤੇ ਪਾਕਿਸਤਾਨ ਦੀ ਗੱਲ ਕਰਨ ਦੀ, ਜਾਂ ਫਿਰ ਉਹ ਜਾਲੀ ਟਾਈਪ ਦਾ ਕਿਸਾਨ ਆਗੂ ਤੇ ਜਥੇਬੰਦੀਆਂ ਖੜੀਆਂ ਕਰਨ ਦੀ, ਉਹਨਾਂ ਚਲਾਕੀਆਂ ਦਾ ਕੋਈ ਫਾਇਦਾ ਨਹੀਂ ਹੋਇਆ। ਔਰ ਉਹ ਚਲਾਕੀਆਂ ਸਗੋਂ ਮੋੜਵੇਂ ਰੂਪ 'ਚ ਜਿਹੜੇ ਗੰਭੀਰਤਾ ਮੁੱਦੇ ਦੀ ਉਹਨੂੰ ਹੋਰ ਬਣਾਉਂਦੀਆਂ ਨੇ ਤੇ ਲੋਕਾਂ ਨੂੰ ਹੋਰ ਲੜਨ ਲਈ ਡਿਟਰਮਨ ਕਰਦੀਆਂ ਨੇ। ਔਰ ਸਰਕਾਰ ਨੂੰ ਬੜੇ ਵੱਡੇ ਮਨ ਦੇ ਨਾਲ ਮੈਨੂੰ ਲੱਗਦਾ ਕਿ ਇਸ ਮਾਮਲੇ ਨੂੰ ਨਿਬੇੜਨਾ ਚਾਹੀਦਾ। ਜਿੱਦ ਛੱਡਣੀ ਚਾਹੀਦੀ ਹੈ। ਗੱਲਬਾਤ ਦੀ ਲੋੜ ਹੀ ਨਹੀਂ ਹੈ। ਗੱਲਬਾਤ 'ਚੋਂ ਤਾਂ ਤੁਸੀਂ ਜੇ ਜਿੱਦ ਛੱਡ ਦਿਓ, ਤੁਸੀਂ ਕਹੋ ਵੀ ਚਲੋ ਠੀਕ ਹੈ, ਅਸੀਂ ਚਾਹੁੰਦੇ ਸੀ ਕਿ ਤੁਹਾਡੀ ਗੱਲ ਸਾਨੂੰ ਇਹ ਜੱਚਦਾ ਸੀ ਕਿ ਅਸੀਂ ਠੀਕ ਕਰ ਰਹੇ ਹਾਂ ਤੁਹਾਡੇ ਲਈ, ਪਰ ਜੇ ਤੁਹਾਨੂੰ ਇੰਨੇ ਵੱਡੇ ਪੱਧਰ ਤੇ ਨਹੀਂ ਜੱਚਦਾ ਕਿ ਇਹ ਠੀਕ ਕਰਦੇ ਤਾਂ ਅਸੀਂ ਵਿਡਰਾ ਕਰ ਦਿੰਦੇ ਹਾਂ।
ਇੰਨਾ ਹੀ ਮਾਮਲਾ ਹੈ ਨਾ, ਇਹਦੇ ਚ ਕਾਹਦੀ ਹਾਮੀ ਹੈ? ਜੇ ਤੁਸੀਂ ਲੋਕਾਂ ਤੋਂ ਵੀ ਵੱਡੇ ਮਹਿਸੂਸ ਕਰਦੇ ਹੋ, ਸਮੁੱਚੀ ਲੋਕਾਈ ਤੋਂ, ਔਰ ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ, ਇੱਕ ਬੀਜੇਪੀ ਦੇ ਆਗੂ ਹੁਣ ਕਹਿਣ ਲੱਗੇ ਵੀ ਤਾਂ 2% ਨੇ ਜੀ, ਇਹ ਤਾਂ 65 ਕਰੋੜ ਬੰਦਾ ਹੈ ਜੀ, ਇਹਦੇ ਚ 2% ਹੀ ਇਹਦੇ ਚ ਆਏ ਨੇ। ਲੜਦੇ ਕਿੰਨੇ ਲੋਕ ਹੁੰਦੇ ਨੇ? ਜੇ ਹੁਣ ਇਹ ਕਹਿੰਦੇ ਵੀ ਉੱਥੇ ਫੌਜ ਇੱਕ ਲੜ ਰਹੀ ਹੈ ਬਾਰਡਰ ਤੇ, ਉਹ ਕਹੇ ਵੀ 135 ਕਰੋੜ ਲੋਕ ਨੇ ਤਾਂ 13 ਲੱਖ ਫੌਜ ਹੈ ਜੀ, ਬਸ ਇਹ ਤਾਂ 1% ਵੀ ਨਹੀਂ ਬਣਦੀ, ਇਹਦਾ ਤਾਂ ਕੋਈ ਮਤਲਬ ਨਹੀਂ ਹੈ ਜੀ, ਇਹ ਐ ਨਹੀਂ ਫਲਾਨਾ ਨਹੀਂ, ਇਹ ਜੁਮਲੇਬਾਜ਼ੀ ਨਹੀਂ ਚੱਲਦੀ ਹੁੰਦੀ। ਲੋਕਾਂ ਦੇ ਪਿੱਛੇ, ਉਹਨਾਂ ਦੇ ਪਿੱਛੇ ਕਿੰਨੇ ਪਰਿਵਾਰ ਨੇ, ਕੀ ਕੰਮ ਕਰ ਰਹੇ ਨੇ, ਕਿੰਨੇ ਲੋਕ ਬੈਠੇ ਹੋਏ, ਜਿਨ੍ਹਾਂ ਦੀ ਸਮਰੱਥਾ ਨਹੀਂ ਹੈ ਉੱਥੇ ਜਾ ਕੇ। ਤੁਸੀਂ ਕਹਿੰਦੇ ਹੋ ਕਿ ਸਾਡੀ ਦੁਨੀਆ ਦੀ ਸਭ ਤੋਂ ਬੜੀ ਪਾਰਟੀ ਹੈ, ਇਹਦੀ 1 ਕਰੋੜ ਮੈਂਬਰਸ਼ਿਪ ਹੈ, ਕਦੇ 1 ਕਰੋੜ ਦਾ ਮੁਜ਼ਾਹਰਾ ਕੀਤਾ ਬੀਜੇਪੀ ਨੇ ਅੱਜ ਤੱਕ? ਕਦੇ ਕੋਈ ਧਰਨਾ 1 ਕਰੋੜ ਦਾ ਲਾਇਆ? ਸਾਰੀ ਮੈਂਬਰਸ਼ਿਪ ਨਹੀਂ ਆਉਂਦੀ ਹੁੰਦੀ। ਤੁਸੀਂ ਜੇ 10 ਲੱਖ ਦਾ ਕਰਦੇ ਹੋ, 15 ਲੱਖ, 5 ਲੱਖ ਦਾ ਵੀ ਕਰਦੇ ਹੋ, 2 ਲੱਖ ਦਾ ਵੀ ਕਰਦੇ ਹੋ, ਤਾਂ ਐਡਾ ਵੱਡਾ ਗਿਣਦੇ ਹੋ ਕਿ ਹਜੂਮ ਆ ਗਿਆ। ਇਸੇ ਲਈ ਸਾਰੇ ਹਜੂਮ ਦੀ, ਸਾਰੇ 135 ਕਰੋੜ ਲੋਕਾਂ ਦੀ ਜਿਹਦੀ ਬਾਰ-ਬਾਰ ਗੱਲ ਕੀਤੀ ਹੈ, ਉਹਦੀ ਪ੍ਰਤੀਨਿਧਤਾ ਕਰਦੇ ਨੇ। ਇਹਨੂੰ 2% 1% 'ਚ ਕਹਿ ਕੇ ਐਡੀ ਛੋਟੀ ਗੱਲ ਪੱਧਰ ਤੇ ਗੱਲ ਨਾ ਕਰੋ ਜਿਹਦੇ ਤੇ ਆਰਗੂਮੈਂਟ ਹੀ ਨਾ ਹੋ ਸਕੇ, ਕਿ ਤੁਹਾਡਾ ਮਨ ਐਡੇ ਲੈਵਲ ਤੇ ਨੀਚੇ ਜਾ ਕੇ ਆਰਗੂਮੈਂਟ ਕਰਦਾ, ਦਲੀਲਬਾਜ਼ੀ ਕਰਦਾ। ਹਮੀਰ ਸਿੰਘ ਜੀ, ਖੇਤੀ ਕਾਨੂੰਨਾਂ ਖਿਲਾਫ ਜਿਹੜਾ ਸ਼ੁਰੂ ਹੋਇਆ ਸੀ, ਇਹ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ, ਪਰ ਅੱਜ ਇੱਕ ਲੋਕ ਸੰਘਰਸ਼ ਬਣ ਚੁੱਕਾ ਹੈ, ਜਿਸ ਵਿੱਚ ਦੇਸ਼ ਤੋਂ ਜਿਹੜਾ ਹੈਗਾ ਵੱਖ-ਵੱਖ ਸੂਬਿਆਂ ਤੋਂ ਲੋਕ ਪਹੁੰਚ ਰਹੇ ਨੇ। ਇਹ ਇਕੱਲਾ ਹੁਣ ਭਾਰਤ ਦੇਸ਼ ਦਾ ਹੀ ਨਹੀਂ, ਵਿਦੇਸ਼ਾਂ ਤੋਂ ਵੀ ਲੋਕ ਜਿਹੜੇ ਆ ਉੱਥੇ ਆ ਰਹੇ ਨੇ। 30 ਤਰੀਕ ਨੂੰ ਸਿੰਘੂ ਬਾਰਡਰ ਤੇ ਜਿਹੜੇ ਹੈਗੇ NRI ਇਕੱਠੇ ਹੋ ਰਹੇ ਨੇ। ਤੇ ਉਸ ਤੋਂ ਇਲਾਵਾ ਜਿਹੜਾ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਸੱਦਾ ਦਿੱਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਜਿਹੜਾ ਹੈਗਾ ਸਮੇਂ ਵੀ ਕਿ ਥਾਲੀਆਂ ਖੜਕਾਉਣ ਦਾ ਵੀ ਕਿ ਅੱਜ ਦੇਸ਼ ਭਰ ਦੇ ਵਿੱਚ ਕਿਸਾਨਾਂ ਨੇ ਥਾਲੀਆਂ ਖੜਕਾ ਕੇ ਵੀ ਜਿਹੜਾ ਆਪਣੀ ਆਵਾਜ਼ ਕੇਂਦਰ ਤੱਕ ਪਹੁੰਚਾਉਣ ਦੀ ਇੱਕ ਨਵੀਂ ਪਹਿਲ ਕੀਤੀ ਹੈ। ਇਸ ਸਭ ਨੂੰ ਕਿਵੇਂ ਦੇਖਦੇ ਹੋ? ਤੇ ਅਸੀਂ ਨਾਲ ਹੀ ਜਾਣਨਾ ਚਾਹਾਂਗੇ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ? ਅਸਲ 'ਚ ਇਹ ਦੋਨਾਂ ਗੱਲਾਂ ਦਾ ਬਹੁਤ ਬਖਰੇਵਾ ਇਸ ਐਂਗਲ ਤੋਂ ਹੈ ਕਿ ਇੱਕ ਤਾਂ ਕਿਸਾਨਾਂ ਦਾ ਇਹ ਸੱਦਾ ਸੀ ਕਿ ਤਾਲੀਆਂ ਖੜਕਾਓ, ਤਾਂ ਕਿ ਵੀ ਜਿਸ ਲੈਵਲ ਦਾ ਸਰਕਾਰ ਸੱਦਾ ਦੇ ਰਹੀ ਹੈ ਅਸੀਂ ਉਹੋ ਜਿਹਾ ਵੀ ਦੇ ਸਕਦੇ ਹਾਂ, ਉਹੋ ਜਿਹਾ ਵੀ ਨਾਲ ਕਰ ਲਓ। ਪਰ ਕਿਸਾਨ ਅੰਦੋਲਨ ਇਦੋਂ ਪਹਿਲਾਂ ਬਹੁਤ ਗੰਭੀਰ ਚੀਜ਼ਾਂ ਕਰ ਰਿਹਾ। ਤੁਸੀਂ ਨੋਟਬੰਦੀ ਕੀਤੀ, 125 ਤੋਂ ਵੱਧ ਬੰਦਾ ਮਰਿਆ, ਤੁਹਾਡੇ ਕੋਲ ਕੋਈ ਪ੍ਰੋਗਰਾਮ ਨਹੀਂ ਸੀ ਉਹਨਾਂ ਨੂੰ ਬਚਾਉਣ ਦਾ। ਤੁਸੀਂ GST ਕੀਤੀ, ਸਰਕਾਰਾਂ ਵੀ ਲੈਵਲ ਤੇ ਤੰਗ ਹੋਏ, ਤੁਹਾਡੇ ਕੋਲ ਕੋਈ ਪ੍ਰੋਗਰਾਮ ਨਹੀਂ ਸੀ। ਤੁਸੀਂ ਤਾਲਾਬੰਦੀ ਕੀਤੀ ਕਰੋਨਾ ਦੇ ਵਿੱਚ, 10-11 ਕਰੋੜ ਜਿਹੜਾ ਮਜ਼ਦੂਰ ਹੈ ਉਹ ਬੇਘਰਾ ਹੋ ਕੇ ਏਡੇ ਦੂਰ ਪੈਦਲ ਚੱਲ ਕੇ ਜਾਂਦਾ, ਤੁਹਾਡੇ ਕੋਲ ਰੋਟੀ ਨਹੀਂ ਸੀ ਉਹਨੂੰ ਜੁੜੀ। ਕਿਸਾਨ ਅੰਦੋਲਨ ਦੇ ਬਾਵਜੂਦ ਕੇਵਲ ਥਾਲੀ ਨਹੀਂ ਖੜਕਾ ਰਿਹਾ, ਥਾਲੀ ਖੜਕਾਉਣ ਦੇ ਬਾਵਜੂਦ ਹਜ਼ਾਰਾਂ ਬੰਦੇ ਨੂੰ ਹੋਰ ਨੂੰ ਰੋਟੀ ਖਵਾ ਰਿਹਾ ਉੱਥੇ। ਉਦੋਂ ਬਾਅਦ ਵੀ ਇਹ ਕਹਿ ਰਿਹਾ ਕਿ ਤੁਸੀਂ ਹੋਰ ਵੀ ਲੰਗਰ ਛਕੋ, ਕਿਉਂਕਿ ਉਹਦੇ ਕੋਲ ਉਹ ਚੀਜ਼ ਹੈ ਜਿਹੜੀ ਉਹ ਲੋਕਾਂ ਨੂੰ ਜਿਉਂਦਾ ਰਹਿਣ ਲਈ ਜ਼ਰੂਰੀ ਹੈ, ਤੇ ਜਿਹੜੀ ਚੀਜ਼ ਉਹ ਦੇ ਕੇ ਉਹਦਾ ਦਿਲ ਵੀ ਐਡਾ ਵੱਡਾ ਖੁੱਲ੍ਹਾ ਹੈ। ਤੁਹਾਡਾ ਦਿਲ ਬਹੁਤ ਤੰਗ ਹੈ, ਤੁਸੀਂ ਥੋੜੇ ਜਿਹੇ ਪੈਸੇ ਮਨਰੇਗਾ ਲਈ ਜਾਰੀ ਕਰਕੇ ਇਹਨੂੰ ਇੰਨੇ ਵਾਰ ਪ੍ਰਚਾਰਦੇ ਹੋ ਜਿਵੇਂ ਤੁਸੀਂ ਬਹੁਤ ਜ਼ਿਆਦਾ ਦਾਤੇ ਹੁੰਦੇ ਹੋ। ਤੇ ਜਿਹੜੇ ਲੋਕ ਰੈਗੂਲਰ ਦਿੰਦੇ ਨੇ ਉਹ ਪ੍ਰਚਾਰਦੇ ਨਹੀਂ ਹੈ ਕਿ ਮੈਂ ਕੀ ਦਿੰਦਾ, ਜਾਂ ਕਿਸੇ ਇੱਕ ਬੰਦੇ ਦਾ ਨਾਂ ਨਹੀਂ ਹੈ ਉੱਥੇ ਕਿ ਫਲਾਨਾ ਲੰਗਰ ਲਾ ਰਿਹਾ, ਫਲਾਨਾ ਕਰ ਰਿਹਾ, ਫਲਾਨਾ ਕਰ ਰਿਹਾ। ਇਹ ਕੁਝ ਨਹੀਂ ਹੈ, ਗੁਰੂ ਨਾਨਕ ਦੇ ਨਾਂ ਤੇ ਲੰਗਰ ਹੈ ਤੇ ਇਹ ਚੱਲ ਰਿਹਾ ਤੇ ਉਸ ਲੈਵਲ ਦਾ। ਇਸ ਲਈ ਦੋ ਧਿਰਾਂ ਦੀ ਜਿਹੜੀ ਲੜਾਈ 'ਚ ਇਖਲਾਕੀ ਤੌਰ ਤੇ ਇਹ ਪੱਖ ਜਿਹੜਾ ਕਿਸਾਨਾਂ ਦੇ ਬਹੁਤ ਉੱਚਾ ਹੋ ਚੁੱਕਿਆ, ਔਰ ਦੂਜੇ ਕਿਸੇ ਵੀ ਗੱਲ ਦੇ ਨਾਲੋਂ ਉਸ ਪੱਧਰ ਦੀ ਜਿਹੜੀ ਦਲੀਲ ਹੈ, ਉਸ ਪੱਧਰ ਦੀ ਗੱਲ ਕੇਂਦਰ ਦੇ ਸਰਕਾਰ ਕੋਲ ਜਾਂ ਉਹਦੇ ਅਰਥ ਸ਼ਾਸਤਰੀਆਂ ਕੋਲ ਨਹੀਂ ਹੈ। ਉਹ ਬਹੁਤ ਛੋਟੀ ਗੱਲ ਕਰ ਰਹੇ ਨੇ ਇਹਦੇ ਮੁਕਾਬਲੇ। ਇਸੇ ਕਰਕੇ ਜਿਹੜਾ ਦਾਇਰਾ, ਬਾਕੀ ਲੋਕ ਹੁਣ ਜਦੋਂ ਆਰ-ਪਾਰ ਦੀ ਲੜਾਈ ਤੇ ਲੋਕ ਉਤਰੇ ਆਉਂਦੇ ਨੇ ਤਾਂ ਉਹ ਪੂਰਾ ਕੁਝ ਝੋਕ ਦਿੰਦੇ ਨੇ। ਇਸੇ ਕਰਕੇ ਜਿਹੜੇ NRIਆਂ ਨੇ ਵੀ ਫੈਸਲਾ ਕੀਤਾ, ਪਹਿਲਾਂ ਉਹ ਬਾਹਰ ਵੀ ਉਹਨਾਂ ਨੇ ਬਹੁਤ ਪ੍ਰੋਟੈਸਟ ਕੀਤੇ, ਐਮਬੈਸੀਆਂ ਨੂੰ ਵੀ ਉਹਨਾਂ ਨੇ ਬਹੁਤ ਜ਼ਿਆਦਾ ਮੈਮੋਰੰਡਮ ਦਿੱਤੇ, ਅੰਤਰਰਾਸ਼ਟਰੀ ਪੱਧਰ ਤੇ ਲੀਡਰਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਇਹਦੇ ਤੇ ਗੱਲ ਆਵਾਜ਼ ਉਠਾਓ, ਔਰ ਉਠਾਉਂਦੇ ਰਹੇ। ਪਰ ਹੁਣ ਉਹ ਸਰੀਰਕ ਤੌਰ ਤੇ ਵੀ ਆਪ ਵੱਡੇ ਪੱਧਰ ਦੇ ਉੱਤੇ ਇੱਥੇ ਆਉਣਾ ਚਾਹੁੰਦੇ ਨੇ, ਔਰ ਆ ਕੇ ਹਾਜ਼ਰੀ ਲਵਾਉਣਾ ਚਾਹੁੰਦੇ ਨੇ, ਵੀ ਕੋਈ ਇਕੱਲਾ ਇਹ ਨਾ ਕਹੇ ਕਿ ਦੂਰੋਂ ਬੈਠ ਕੇ ਕਰ ਦਿਓ, ਤੇ ਅਸੀਂ ਉਹ 'ਚ ਸਿੱਧੇ ਵੀ ਇਨਵੋਲਵ ਹੋਣਾ ਚਾਹੁੰਦੇ ਹਾਂ। ਇਹਦਾ ਮੋਰਲੀ, ਇਖਲਾਕੀ ਤੌਰ ਤੇ ਹੋਰ ਬਹੁਤ ਵੱਡਾ ਬਲ ਮਿਲੇਗਾ। ਇਕੱਲਾ NRI ਨਹੀਂ ਆ ਰਹੇ, ਹੁਣ ਸ਼ਹਿਰੀ ਵਰਗ ਕਿੰਨਾ ਜਾਣ ਲੱਗ ਗਿਆ ਉੱਥੇ ਜਾ ਕੇ ਫੋਟੋਆਂ ਖਿਚਾਉਂਦਾ ਹੈ, ਜਾਂਦਾ ਹੈ। ਜਿਵੇਂ ਇੱਕ ਲੈਵਲ ਦਾ ਉੱਥੇ ਜ਼ਿਆਰਤ ਕਰਨ ਜਾਂਦੇ ਨੇ, ਜਾ ਕੇ ਗੱਲ ਕਰਦੇ ਨੇ, ਚੰਗਾ ਲੱਗਦਾ, ਸਾਰੇ ਆ ਕੇ ਮੁੜ ਕੇ ਫਿਰ ਫੀਲਿੰਗਾਂ ਦੱਸਦੇ ਨੇ ਆਪਣੀਆਂ, ਫਿਰ ਦੂਜੇ ਬੰਦੇ ਨੂੰ ਉਸੇ ਤਰ੍ਹਾਂ ਭੇਜਦੇ ਨੇ। ਔਰ ਕਿੰਨੇ ਲੋਕਾਂ ਨੇ ਇੰਨੇ ਵਾਹਨ ਦਿੱਤੇ ਨੇ ਕਿ ਤੁਸੀਂ ਜਾਂਦੇ ਰਹੋ ਤੇ ਆਉਂਦੇ ਰਹੋ, ਤੁਹਾਡੇ ਲਈ ਫ੍ਰੀ ਹੈ, ਕੋਈ ਗੱਲ ਨਹੀਂ, ਅਸੀਂ ਇਹ ਨਹੀਂ ਕਰਦੇ। ਇਸੇ ਤਰ੍ਹਾਂ ਫਿਰ ਹੁਣ ਇਹ ਦੇਸ਼ ਵਿੱਚ ਵੀ ਫੈਲ ਰਿਹਾ ਹੌਲੀ ਹੌਲੀ। ਜਿਵੇਂ ਜਿਵੇਂ ਪੈਰ ਗੱਡ ਕੇ ਅੰਦੋਲਨ ਖੜਾ ਹੈ, 3 ਮਹੀਨਾ 26 ਤਰੀਕ ਨੂੰ ਗਏ ਸੀ, 3 ਮਹੀਨੇ ਤੋਂ ਵੀ 1 ਮਹੀਨੇ ਤੋਂ ਉੱਪਰ ਤਾਂ ਦਿੱਲੀ ਹੋ ਗਏ। ਜਿਹੜੇ 2 ਮਹੀਨੇ ਦੀ ਟ੍ਰੇਨਿੰਗ ਇੱਥੇ ਹੋਈ ਸੀ ਉਹ ਦਿੱਲੀ 'ਚ ਕੰਮ ਆ ਰਹੀ ਹੈ, ਤੇ ਉਹ ਦਿੱਲੀ ਦਾ ਕੰਮ ਜਿਹੜਾ ਪੂਰੇ ਜਗ੍ਹਾ, ਜਿਹਦੇ ਨੈਸ਼ਨਲ ਮੀਡੀਆ 'ਚੋਂ ਬਹੁਤ ਵੱਡਾ ਹਿੱਸਾ ਟੋਟਲੀ ਸਰਕਾਰ ਦੇ ਨਾਲ ਹੈ।
ਇਹਦੇ ਬਾਵਜੂਦ ਗੱਲ ਜਾ ਰਹੀ ਹੈ, ਇਹਦੇ ਬਾਵਜੂਦ ਗਵਰਨਮੈਂਟ ਕਾਊਂਟਰ ਹੋ ਰਹੀ ਹੈ, ਇਹਦੇ ਬਾਵਜੂਦ ਅੰਦੋਲਨ ਅੱਗੇ ਵੱਧ ਰਿਹਾ ਹੈ, ਤਾਂ ਉਹਦੇ ਤੋਂ ਵੀ ਸਮਝ ਆਉਣੀ ਚਾਹੀਦੀ ਹੈ ਕਿ ਉਹਨਾਂ ਦੀ ਰਣਨੀਤੀ ਨਹੀਂ ਚੱਲੂਗੀ। ਉਹ ਪੁਰਾਣੀ ਰਣਨੀਤੀ ਨਾਲ ਕਾਹਦੀ ਹੈ? ਤੁਸੀਂ ਇੱਕ ਗਲਤ ਕਦਮ ਲਿਆ, ਤੁਸੀਂ ਇਹਨੂੰ ਪਿੱਛੇ ਹਟਾਉਣ ਲਈ ਤਿਆਰ ਨਹੀਂ ਹੋ। ਰਣਨੀਤੀ ਤਾਂ ਇਹ ਹੈ, ਇਹੀ ਗਲਤ ਗੱਲ ਹੈ ਅਸਲ ਦੇ ਵਿੱਚ। ਔਰ ਰਣਨੀਤੀ ਉਹ ਬਣਾਉਣੀ ਚਾਹੀਦੀ ਹੈ ਜਿਹੜੀ ਕੋਈ ਸਫਲ ਹੋਵੇ, ਤੁਹਾਡੇ ਕੋਲ ਕੁਝ ਕਹਿਣ ਨੂੰ ਹੋਵੇ। ਇੱਕ ਗੱਲ ਕਲੀਅਰ ਹੈ ਕਿ ਤੁਸੀਂ ਮੰਨ ਚੁੱਕੇ ਹੋ ਕਿ ਇਹ ਕਾਰਪੋਰੇਟ ਹਾਊਸਜ਼ ਦੇ, ਵਿਦੇਸ਼ੀ ਪੂੰਜੀ ਦੇ ਜਾਂ ਦੇਸੀ ਅਮੀਰ ਬੰਦਿਆਂ ਦੇ ਰਸਤੇ ਦੀ ਰੁਕਾਵਟ ਦੂਰ ਕਰਨ ਦੇ ਲਈ ਹੈ। ਤੇ ਇਹੀ ਤਾਂ ਕਿਸਾਨ ਕਹਿੰਦੇ ਨੇ ਕਿ ਉਹਨਾਂ ਦੇ ਰਸਤੇ ਦੀ ਰੁਕਾਵਟ ਦੂਰ ਕਰਨ ਲਈ ਹੈ। ਤੁਸੀਂ ਕਹਿੰਦੇ ਹੋ ਕਿਸਾਨ ਆਜ਼ਾਦ ਕਰਤਾ ਜੀ। ਇਸ ਗੱਲ ਜਿੰਨੀ ਹੌਲੀ ਹੌਲੀ ਰਿੜਕੀ ਜਾਊਗੀ ਔਰ ਰਿੜਕ ਕੇ ਜਿਵੇਂ ਜਿਵੇਂ ਸਮਝ ਆਉਂਦੀ ਜਾਊਗੀ ਲੋਕਾਂ ਨੂੰ, ਤਾਂ ਉਹ ਪੱਕੇ ਪੈਰੀਂ ਹੋਰ ਜ਼ਿਆਦਾ ਲੜਨਗੇ। ਔਰ ਇਹ ਲੜਾਈ ਮਤਲਬ ਛੋਟੀ ਲੜਾਈ ਨਹੀਂ, ਨਾ ਇਹ ਕਾਨੂੰਨਾਂ ਤੱਕ ਦੀ ਲੜਾਈ ਹੈ, ਹੁਣ ਇਹ ਸਮਾਜਿਕ ਇਨਸਾਫ ਦੀ ਵੀ ਲੜਾਈ ਹੈ, ਹੁਣ ਇਹ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਵੀ ਲੜਾਈ ਹੈ। ਇਹ ਗਾਇਕਾਂ ਤੋਂ ਲੈ ਕੇ ਸਾਰੇ ਵੱਡੇ ਵੱਡੇ ਕਵੀ, ਪਾਤਰ ਸਾਹਿਬ ਵਰਗੇ ਵੀ ਕਿੰਨੀਆਂ ਨਜ਼ਮਾਂ ਦੁਬਾਰਾ ਲਿਖ ਕੇ ਲਿਖਣ ਲੱਗੇ ਨੇ। ਇਹਨਾਂ ਗੱਲਾਂ ਤੇ ਖਾਸ ਤੌਰ ਤੇ ਕਿਸਾਨੀ ਨੂੰ ਫੋਕਸ, ਔਰ ਬੁੱਧੀਜੀਵੀ, ਲੇਖਕ, ਗਾਇਕ, ਸਮੁੱਚੀ ਤਾਕਤ ਹਰ ਚੀਜ਼ ਦੀ ਇਹਦੇ 'ਚ ਇਨਵੋਲਵ ਕੀਤੀ ਜਾ ਰਹੀ ਹੈ। ਉਹ 'ਚੋਂ ਤੁਸੀਂ ਹਟਾ ਨਹੀਂ ਪਾ ਰਹੇ ਹੋ। ਇਸ ਲਈ ਚੰਗੀ ਗੱਲ ਇਹੀ ਹੈ ਕਿ ਤੁਸੀਂ ਇਹਨੂੰ ਨਿਬੇੜਾ ਕਰੋ ਤਾਂ ਕਿ ਲੋਕ ਹੋਰ ਪਾਸੇ ਜਾਣ। ਠੰਡ ਬਹੁਤ ਹੈ ਔਰ ਤੁਸੀਂ ਉਹਨਾਂ ਨੂੰ ਇਸ ਢੰਗ ਨਾਲ ਬੇਗਾਨਗੀ ਦੀ ਤਰ੍ਹਾਂ ਮਤਲਬ ਟਰੀਟ ਨਾ ਕਰੋ। ਔਰ ਤੁਸੀਂ ਜਿਸ ਲੈਵਲ ਦੇ ਲਿਵਾਸਾਂ 'ਚ ਰਹਿੰਦੇ ਹੋ, ਜਿਸ ਲੈਵਲ ਦੀਆਂ ਕੋਠੀਆਂ 'ਚ ਰਹਿੰਦੇ ਹੋ, ਤੇ ਆਮ ਲੋਕਾਂ ਵੱਲ ਜਾਓ। ਪਰ ਉਹ ਕੱਚਾ ਜਿਹੜਾ ਕੱਚੀ ਮਤਲਬ ਘੋੜੇ ਦੀਆਂ ਕਾਠੀਆਂ ਤੇ ਲੜਨ ਵਾਲੇ ਬੰਦਿਆਂ ਨੇ ਉੱਥੇ ਘਰ ਪਾ ਲਏ ਨੇ, ਟਰਾਲੀਆਂ ਹੀ ਤੰਬੂ ਬਣਾਤੇ ਨੇ, ਤੰਬੂ ਦੇ ਰੂਪ ਦੇ ਵਿੱਚ ਉਹ ਕੰਮ ਕਰਦੇ ਨੇ। ਔਰ ਇਸੇ ਲਈ ਉਹ ਉਦਾਸੀ ਦਾ ਇੱਕ ਗੀਤ ਯਾਦ ਆਉਂਦਾ, ਸੰਤ ਰਾਮ ਉਦਾਸੀ ਦਾ। ਉਹ ਕਹਿੰਦਾ, ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ, ਕਿੱਦਾਂ ਤਰਨ ਜੁਝਾਰ ਅਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋਡ ਅੰਦਰ ਕੱਢ ਲਵਾਂਗੇ ਕਿਤੇ ਸਾਰੇ ਹੀ ਗੀਤ ਤੇਰੇ, ਇੱਕ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲੇ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਉਹ ਕੁੱਲੀ ਕੁੱਲੀ ਕਿਲਾ ਬਣੀ ਬੈਠੀ ਹੈ ਉੱਥੇ ਜਿਹੜੇ ਪੀਸਫੁਲ ਅੰਦੋਲਨ ਨੇ। ਇਸ ਲਈ ਜੇ ਔਰੰਗਜ਼ੇਬ ਨੂੰ ਨੇ ਥ੍ਰੈਟ ਮੰਨ ਲਈ, ਉਸ ਲੈਵਲ ਦੀ ਗੱਲ ਮੰਨ ਲਈ, ਤੇ ਬੰਦਾ ਸਿੰਘ ਬਹਾਦਰ ਉਦੋਂ ਬਾਅਦ ਆਉਂਦਾ, ਤਾਂ ਇਹ ਤਾਂ ਚੁਣੀ ਹੋਈ ਸਰਕਾਰ ਕਹਾਉਂਦੀ ਹੈ ਆਪਣੇ ਆਪ। ਔਰ ਦੇਸ਼ ਦੇ ਲੋਕਾਂ ਨੂੰ ਇੰਨਾ ਜ਼ਿਆਦਾ ਮੂਰਖ ਜਾਂ ਇੰਨਾ ਜ਼ਿਆਦਾ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਸੇ ਵੀ ਪ੍ਰਾਈਮ ਮਿਨਿਸਟਰ ਨੂੰ। ਇੰਡੀਵਿਜੂਅਲ ਜਿੱਡਾ ਮਰਜ਼ੀ ਤਾਕਤਵਰ ਬੰਦਾ ਹੋਵੇ, ਉਹ ਨਹੀਂ ਜਿੱਤ ਸਕਦਾ ਸਮੁੱਚੇ ਲੋਕਾਂ 'ਚੋਂ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਦੱਸਿਆ ਵੀ ਇਹ ਕੇਂਦਰ ਨੂੰ ਸਮਝ ਲੈਣਾ ਚਾਹੀਦਾ, ਇਹ ਇਕੱਲੇ ਕਿਸਾਨਾਂ ਦੀ ਨਹੀਂ, ਹਰ ਵਰਗ ਦੀ ਲੜਾਈ ਹੈ, ਜੋ ਕਿ ਇੱਕ ਲੋਕਾਂ ਨੂੰ ਨਵੀਂ ਦਿਸ਼ਾ ਜਿਹੜੀ ਹੈਗੀ ਦੇ ਰਹੀ ਹੈ। ਇਸ ਕਿਸਾਨ ਅੰਦੋਲਨ ਨੇ ਜਿਹੜਾ ਕਵੀਆਂ ਦੇ, ਕਵਿਤਾਵਾਂ ਦੇ, ਲੇਖਕਾਂ ਦੇ ਆਰਟੀਕਲਾਂ 'ਚ ਕਹਿ ਲਓ, ਗੀਤਾਂ ਨੂੰ ਇੱਕ ਨਵੀਂ ਦਿਸ਼ਾ ਜਿਹੜੀ ਹੈਗੀ ਹੈ ਦੇ ਦਿੱਤੀ ਹੈ। ਹੁਣ ਗੀਤਕਾਰਾਂ ਦੇ ਤੇ ਕਵੀਆਂ ਦੇ ਬੋਲ ਵੀ ਜਿਹੜੇ ਹੈਗੇ ਆ ਇੱਕ ਨਵਾਂ ਰੂਪ ਧਾਰ ਚੁੱਕੇ ਨੇ, ਕਿਸਾਨੀ ਨੂੰ ਲੈ ਕੇ ਇੱਕ ਨਵੀਂ ਦਿਸ਼ਾ ਵੱਲ ਜਾ ਰਹੇ ਨੇ। ਤੇ ਕੇਂਦਰ ਨੂੰ ਇਹ ਸਾਰੀ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਤੇ ਜਲਦੀ ਜਿਹੜਾ ਹੈਗਾ ਆਪਣਾ ਫੈਸਲਾ ਜਿਹੜਾ ਹੈਗਾ ਕਿਸਾਨਾਂ ਦੇ ਪੱਖ 'ਚ ਲੈ ਲੈਣਾ ਚਾਹੀਦਾ। ਬਾਕੀ ਇਹਦਾ ਫੈਸਲਾ ਕੀ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।